ਹੈਲੋ ਸਟੂਡੈਂਟ, ਗੁੱਡ ਮਾਰਨਿੰਗ। ਬੇਟਾ ਕੱਲ ਆਪਾਂ ਮਤਲਬ ਇੱਕ ਚੈਪਟਰ ਕੀਤਾ ਸੀ ਸੈਮੀ ਕੰਡਕਟਰ। ਅੱਜ ਦੇਖੋ ਦੁਬਾਰਾ ਰਿਪੀਟ ਕਰ ਲੈਂਦੇ। ਕੱਲ ਆਪਾਂ ਕੀ ਪੜ੍ਹਿਆ ਸੀ? ਸਭ ਤੋਂ ਪਹਿਲਾਂ ਸੈਮੀ ਕੰਡਕਟਰ ਦੀ ਡੈਫੀਨੇਸ਼ਨ ਆਪਾਂ ਪੜ੍ਹੀ ਸੀ। ਵਟ ਇਜ਼ ਅ ਸੈਮੀ ਕੰਡਕਟਰ? ਆਪਣੇ ਕੋਲ 3 ਟਾਈਪਸ ਦੇ ਮਟੀਰੀਅਲਸ ਹੁੰਦੇ ਆ: ਕੰਡਕਟਰ, ਇਨਸੂਲੇਟਰ ਐਂਡ ਸੈਮੀ ਕੰਡਕਟਰ। ਕੰਡਕਟਰ ਉਹ ਵਾਲੇ ਮਟੀਰੀਅਲ ਨੇ ਜਿਨ੍ਹਾਂ ਦੇ ਵਿੱਚੋਂ ਕਰੰਟ ਈਜ਼ੀਲੀ ਪਾਸ ਹੋ ਜਾਂਦਾ ਹੈ। ਇਨਸੂਲੇਟਰ ਉਹ ਵਾਲੇ ਮਟੀਰੀਅਲ ਹੁੰਦੇ ਜਿਨ੍ਹਾਂ ਵਿੱਚੋਂ ਕਰੰਟ ਪਾਸ ਨਹੀਂ ਹੁੰਦਾ। ਸੈਮੀ ਕੰਡਕਟਰ ਉਹ ਵਾਲੇ ਮਟੀਰੀਅਲ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਕਰੰਟ ਕੁਛ ਅਮਾਊਂਟ ਦੇ ਵਿੱਚ ਪਾਸ ਹੋ ਜਾਂਦਾ। ਉਹ ਡਿਪੈਂਡ ਕਰਦਾ ਕਿੰਨੀ ਰੇਟਿੰਗ ਆਪੋ ਉਸ ਹਿਸਾਬ ਦੀ ਬਣੀ ਹੋਈ। ਠੀਕ ਹੈ। ਸੋ ਸਭ ਤੋਂ ਪਹਿਲੇ ਸੈਮੀ ਕੰਡਕਟਰ, ਇਹਦੀ ਡੈਫੀਨੇਸ਼ਨ ਹੈ ਇੱਕ ਸੋਲਿਡ ਸਬਸਟਾਂਸ ਹੈ ਜਿਹਦੀ ਕੰਡਕਟਿਵਿਟੀ ਕਿਹਦੇ ਵਿੱਚ ਲਾਈ ਕਰਦੀ ਹੈ? ਇਨਸੂਲੇਟਰ ਤੇ ਕੰਡਕਟਰ ਦੇ ਵਿਚਕਾਰ ਲਾਈ ਕਰਦੀ ਹੈ। ਠੀਕ ਹੈ। ਅਤੇ ਇਹ ਬਹੁਤ ਟੈਂਪਰੇਚਰ ਸੈਂਸਿਟਿਵ ਹੁੰਦੇ ਨੇ। 0 ਟੈਂਪਰੇਚਰ 'ਤੇ ਬਿਲਕੁਲ ਐਜ਼ ਏ ਇਨਸੂਲੇਟਰ ਬਿਹੇਵ ਕਰਦੇ ਨੇ ਵੀ ਇਹਨਾਂ ਵਿੱਚੋਂ ਕਰੰਟ ਪਾਸ ਬਿਲਕੁਲ ਨਹੀਂ ਹੋ ਸਕਦਾ ਜਦੋਂ ਟੈਂਪਰੇਚਰ 0 ਜਾਂ 0 ਦੇ ਕਲੋਜ਼ ਹੋਏ। ਠੀਕ ਹੈ। ਇਸ ਕਰਕੇ ਟੈਂਪਰੇਚਰ ਇੰਨੇ ਜ਼ਿਆਦਾ ਸੈਂਸਿਟਿਵ ਹੋਣ ਕਰਕੇ ਆਪਾਂ ਇਹਨਾਂ ਤੋਂ ਸੈਮੀ ਕੰਡਕਟਿੰਗ ਦਾ ਕੰਮ ਨਹੀਂ ਲੈ ਸਕਦੇ। ਠੀਕ ਹੈ। ਅਤੇ ਇੰਨੇ ਟੈਂਪਰੇਚਰ 'ਤੇ ਆਪਾਂ ਕੰਮ ਵੀ ਨਹੀਂ ਕਰ ਸਕਦੇ। ਇੰਪੋਸੀਬਲ ਕੰਮ ਕਰਨਾ 0 ਡਿਗਰੀ ਟੈਂਪਰੇਚਰ 'ਤੇ। ਸੋ ਇਸ ਕਰਕੇ ਇਹਨਾਂ ਦੇ ਵਿੱਚ ਕੁਛ ਆਪਾਂ ਨੂੰ ਇੰਪਿਊਰਿਟੀਜ਼ ਐਡ ਕਰਨੀਆਂ ਪੈਂਦੀਆਂ ਨੇ। ਠੀਕ ਹੈ। ਇੰਪਿਊਰਿਟੀਜ਼ ਐਡ ਕਰਨੀਆਂ ਪੈਂਦੀਆਂ ਨੇ ਤਾਂ ਕਿ ਮਤਲਬ ਆਪਾਂ ਇਹਨਾਂ ਦੀ ਰੇਟਿੰਗ ਉਸ ਹਿਸਾਬ ਨਾਲ ਬਣਾ ਸਕੀਏ। ਠੀਕ ਹੈ। ਜਦੋਂ ਆਪਾਂ ਇਹਨਾਂ 'ਚ ਇੰਪਿਊਰਿਟੀਜ਼ ਐਡ ਕਰਦੇ ਹਾਂ, ਉਹ ਆਪਣੀ ਮਰਜ਼ੀ ਹੈ ਵੀ ਆਪਾਂ ਕਿਸ ਹਿਸਾਬ ਦਾ ਮਟੀਰੀਅਲ ਬਣਾਉਣਾ। ਜਿੰਨੀ ਜ਼ਿਆਦਾ ਇੰਪਿਊਰਿਟੀ ਐਡ ਕਰਾਂਗੇ ਉਨੀ ਜ਼ਿਆਦਾ ਇਹਦੀ ਕੰਡਕਟਿਵਿਟੀ ਇਨਕਰੀਜ਼ ਹੁੰਦੀ ਜਾਏਗਾ, ਉਨਾ ਜ਼ਿਆਦਾ ਇਹ ਘੱਟ ਸੈਂਸਿਟਿਵ ਟੂ ਦਾ ਟੈਂਪਰੇਚਰ ਹੁੰਦਾ ਜਾਏਗਾ। ਠੀਕ ਹੈ। 0 ਟੈਂਪਰੇਚਰ ਦੇ ਵਿੱਚ ਇਹਦੇ ਜਿਹੜੇ ਅੰਦਰਲੇ ਲੈਟਿਸ ਨੇ, ਸਟਰਕਚਰ ਹੈ, ਬਿਲਕੁਲ ਕੰਪਲੀਟਲੀ ਬਾਊਂਡ ਹੁੰਦਾ ਇੱਕੋ ਸੇਮ ਮਤਲਬ ਐਟਮਸ ਦੇ ਨਾਲ। ਠੀਕ ਹੈ। ਸੋ ਨੈਕਸਟ ਆਪਾਂ ਪੜ੍ਹਦੇ ਹਾਂ ਵਟ ਆਰ ਦਾ ਇਟਸ ਟਾਈਪ। ਸੈਮੀ ਕੰਡਕਟਰਸ ਆਰ ਆਫ 2 ਟਾਈਪਸ, ਇੰਟ੍ਰਿੰਸਿਕ ਅਤੇ ਐਕਸਟ੍ਰਿੰਸਿਕ। ਜਿਹੜੀ ਇੰਟ੍ਰਿੰਸਿਕ ਸੈਮੀ ਕੰਡਕਟਰ ਕੱਲ੍ਹ ਆਪਾਂ ਰਿਪੀਟ ਕੀਤਾ ਸੀ ਵੀ ਇੰਟ੍ਰਿੰਸਿਕ ਸੈਮੀ ਕੰਡਕਟਰ ਉਹ ਵਾਲੇ ਮਟੀਰੀਅਲ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 100% ਪਿਓਰਿਟੀ ਹੁੰਦੀ ਹੈ। ਠੀਕ ਹੈ। ਉਹਨਾਂ ਦੇ ਵਿੱਚ ਕੋਈ ਹੋਰ ਮਟੀਰੀਅਲ ਦੀ ਐਡੀਸ਼ਨ ਨਹੀਂ ਹੁੰਦੀ, ਮਤਲਬ ਕੁਛ ਇੰਪਿਊਰਿਟੀਜ਼ ਉਹਨਾਂ 'ਚ ਨਹੀਂ ਹੁੰਦਾ। ਬਿਲਕੁਲ ਪਿਓਰ 100% ਪਿਓਰ ਸੈਮੀ ਕੰਡਕਟਰ ਸਿਲੀਕੋਨ ਜਾਂ ਜਰਮੇਨੀਅਮ ਹੀ ਹੋਏਗਾ। ਠੀਕ ਹੈ। ਐਕਸਟ੍ਰਿੰਸਿਕ ਸੈਮੀ ਕੰਡਕਟਰ ਉਹ ਵਾਲੇ ਮਟੀਰੀਅਲਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਕੁਛ ਬਾਹਰੋਂ ਇੰਪਿਊਰਿਟੀਜ਼ ਐਡ ਆਪਾਂ ਕਰ ਦਿੰਦੇ ਹਾਂ। ਠੀਕ ਹੈ। ਉਹ ਮਤਲਬ ਆਪਾਂ ਨੂੰ ਡਿਪੈਂਡ ਕਰਦਾ ਵੀ ਕਿਹੜੀ ਕਿਹੜੀ ਇੰਪਿਊਰਿਟੀਜ਼ ਆਪਾਂ ਉਹਨਾਂ ਦੇ ਵਿੱਚ ਐਡ ਕੀਤੀ ਹੈ। ਠੀਕ ਹੈ। ਇਸ ਕਰਕੇ ਐਕਸਟ੍ਰਿੰਸਿਕ ਸੈਮੀ ਕੰਡਕਟਰ ਅੱਗੇ ਫਰਦਰ 2 ਟਾਈਪਸ 'ਚ ਡਿਵਾਈਡ ਹੋ ਜਾਂਦੇ। ਸੋ ਜਿਹੜਾ ਇੰਟ੍ਰਿੰਸਿਕ ਸੈਮੀ ਕੰਡਕਟਰ ਹੈ ਉਹਦੀ ਇਹ ਡੈਫੀਨੇਸ਼ਨ ਹੈ ਵੀ ਇੰਟ੍ਰਿੰਸਿਕ ਸੈਮੀ ਕੰਡਕਟਰ ਇਜ਼ ਅ ਪਿਓਰ ਫਾਰਮ ਆਫ ਸੈਮੀ ਕੰਡਕਟਰ ਵਿਦਾਊਟ ਐਨੀ ਸਿਗਨੀਫਿਕੈਂਟ ਡੋਪੈਂਟ ਸਪੀਸੀਜ਼। ਮੀਨ ਇਸ ਦੇ ਵਿੱਚ ਕੋਈ ਵੀ ਇੰਪਿਊਰਿਟੀਜ਼ ਐਡ ਨਹੀਂ ਹੁੰਦੀਆਂ, ਬਿਲਕੁਲ ਪਿਓਰ ਹੁੰਦਾ। ਦ ਨੰਬਰ ਆਫ ਚਾਰਜਿਸ ਕੈਰੀਜ਼ is therefore determine the properties of material itself instead of amount of impurities. mean to say ਵੀ ਜੋ ਵੀ ਕੈਰੀਅਰਸ ਹੁੰਦੇ ਨੇ ਜਾਂ ਤਾਂ ਉਹ ਹੋਲਸ ਹੋਣਗੇ ਜਾਂ ਇਲੈਕਟ੍ਰੋਨਸ ਹੋਣਗੇ ਜਿਨ੍ਹਾਂ ਦੇ ਕਰਕੇ ਕਰੰਟ ਇਹਨਾਂ ਦੇ ਵਿੱਚ ਫਲੋ ਹੋਏਗਾ। ਜੇ ਉਹ ਪਿਓਰ ਸੈਮੀ ਕੰਡਕਟਰ ਹੋਣਗੇ, ਨਾ ਤਾਂ ਉਹਨਾਂ ਦੇ ਵਿੱਚ ਇਲੈਕਟ੍ਰੋਨਸ ਹੋਣਗੇ, ਨਾ ਤਾਂ ਉਹਨਾਂ ਦੇ ਵਿੱਚ ਹੋਲਸ ਹੋਣਗੇ, ਨਾ ਉਹਨਾਂ ਡੈਫੀਸ਼ੀਐਂਸੀ ਹੋਏਗੀ ਕਿਸੇ ਚੀਜ਼ ਦੀ, ਨਾ ਉਹਨਾਂ ਦੇ ਵਿੱਚ ਕੋਈ ਚੀਜ਼ ਦੀ ਜ਼ਿਆਦਾ ਮਾਤਰਾ ਹੋਏਗੀ। ਠੀਕ ਹੈ। ਇਸ ਕਰਕੇ ਉਹਨਾਂ ਦਾ ਜੋ ਕਰੰਟ ਪਾਸ ਹੋ ਹੀ ਨਹੀਂ ਸਕਦਾ, ਐਜ਼ ਏ ਇਨਸੂਲੇਟਰ ਬਿਹੇਵ ਕਰਨਗੇ। ਠੀਕ ਹੈ। ਸੋ ਇੰਟ੍ਰਿੰਸਿਕ ਸੈਮੀ ਕੰਡਕਟਰ ਇਜ਼ ਆਲਸੋ ਹੈ ਇਨਸੂਲੇਟਿੰਗ ਮਟੀਰੀਅਲ। ਸੋ ਇਹਨਾਂ ਨੂੰ ਆਪਾਂ ਸੈਮੀ ਕੰਡਕਟਰ ਬਣਾਉਣ ਵਾਸਤੇ ਕੁਛ ਇੰਪਿਊਰਿਟੀਜ਼ ਐਡ ਕਰਨੀ ਪੈਂਦੀ ਇਹਨਾਂ ਦੇ ਵਿੱਚ। ਠੀਕ ਹੈ। ਸੋ ਇਹ ਇਹਨਾਂ ਦਾ ਮਤਲਬ ਇੱਕ ਡਾਇਗਰਾਮ ਹੈ, ਇਸ ਦੇ ਵਿੱਚ ਦੇਖੋ ਸ਼ੋ ਕੀਤਾ ਹੋਇਆ ਹੈ ਜੋ ਸਿਲੀਕੋਨ ਦੇ ਜਾਂ ਸਾਰੇ ਮਟੀਰੀਅਲਸ ਹੈਗੇ ਨੇ ਉਹ ਆਪਸ ਦੇ ਵਿੱਚ ਬਾਊਂਡ ਹੈਗੇ ਨੇ। ਜਿਹੜਾ ਆਪਸ ਦੇ ਵਿੱਚ ਸਿਲੀਕੋਨ ਦੇ ਨਾਲ ਦੂਸਰਾ ਸਿਲੀਕੋਨ ਐਟਮ ਅਟੈਚਡ ਹੈਗਾ, ਉਹ ਜਿਹੜੇ ਬੌਂਡ ਨੇ ਆਪਸ 'ਚ ਲਾਈਨ ਜਿਹੜੀ ਦਿਖ ਰਹੀ ਹੈ ਉਹ ਐਜ਼ ਏ ਕੋਵਲੈਂਟ ਬੌਂਡ ਹੁੰਦਾ। ਠੀਕ ਹੈ। ਉਹ ਆਪਸ 'ਚ ਕੋਵਲੈਂਟ ਬੌਂਡ ਦੇ ਅਕੋਰਡਿੰਗ ਜੁੜੇ ਹੋਏ ਨੇ। ਠੀਕ ਹੈ। ਹਰ ਸਿਲੀਕੋਨ ਦੇ ਦੇਖੋ ਆਸ-ਪਾਸ 4-4 ਇਲੈਕਟ੍ਰੋਨ ਹੈਗੇ ਨੇ, 4 ਇੱਕ ਸਿਲੀਕੋਨ ਦੇ, 4 ਇੱਕ ਸਿਲੀਕੋਨ ਦੇ। ਇੱਕ ਬੌਂਡ ਨੂੰ ਬਣਾਉਣ ਵਾਸਤੇ 4 ਆਪਣੇ ਕੋਲ ਇਲੈਕਟ੍ਰੋਨਸ ਹੋਣੇ ਜ਼ਰੂਰੀ ਨੇ। ਠੀਕ ਹੈ। ਆ ਜਰਮੇਨੀਅਮ 'ਚ ਦੇਖ ਲਓ, ਸੈਂਟਰ 'ਚ ਕੋਈ ਵੀ ਜਰਮੇਨੀਅਮ ਦਾ ਪਾਰਟ ਹੈਗਾ, ਕੋਈ ਐਟਮ ਹੈਗਾ, ਇਸ ਦੇ ਵਿੱਚ ਦੇਖੋ 2 4 ਹਰ ਇੱਕ ਜਰਮੇਨੀਅਮ ਦੇ ਹੈ। ਜੇ ਸੈਂਟਰ 'ਚ ਜਰਮੇਨੀਅਮ ਦੇਖੋ, 4 ਇੱਕ ਜਰਮੇਨੀਅਮ ਦੇ, 4 ਉਹਦੇ ਨੇਬਰਿੰਗ ਜਰਮੇਨੀਅਮ ਦੇ ਐਟਮ ਜੁੜ ਕੇ ਕੋਵਲੈਂਟ ਬੌਂਡ ਬਣਾਉਂਦੇ। ਠੀਕ ਹੈ। ਇਹ ਸੀ ਆਪਣੀ ਡਾਇਗਰਾਮ ਇੰਟ੍ਰਿੰਸਿਕ ਸੈਮੀ ਕੰਡਕਟਰ ਦੀ। ਸੋ
ਐਟ ਜ਼ੀਰੋ ਟੈਂਪਰੇਚਰ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਜ਼ੀਰੋ ਟੈਂਪਰੇਚਰ ਦੇ ਵਿੱਚ ਜਿਹੜਾ ਸੈਮੀ ਕੰਡਕਟਿੰਗ ਮਟੀਰੀਅਲ ਹੈ ਉਹ ਐਜ਼ ਅ ਇਨਸੂਲੇਟਰ ਬਿਹੇਵ ਕਰੇਗਾ, ਕਿਉਂਕਿ ਉਹਨਾਂ ਦੇ ਵਿੱਚ ਨਾ ਤਾਂ ਕੋਈ ਇਲੈਕਟ੍ਰੋਨ ਹੈਗਾ ਜਿਹੜਾ ਪਾਰਟਿਸਿਪੇਟ ਕਰ ਸਕੇ ਕੰਡਕਸ਼ਨ ਵਾਸਤੇ। ਠੀਕ ਹੈ, ਸੋ ਪਾਰਟਿਸਿਪੇਸ਼ਨ ਵਾਸਤੇ ਆਪਾਂ ਨੂੰ ਕੁਝ ਇੰਪਿਊਰਿਟੀਜ਼ ਐਡ ਕਰਨੀ ਪੈਂਦੀ ਹੈ। ਠੀਕ, ਨੈਕਸਟ ਆਪਾਂ ਜਦੋਂ ਇੰਪਿਊਰਿਟੀਜ਼ ਐਡ ਕਰਦੇ ਹਾਂ, ਕੱਲ੍ਹ ਆਪਾਂ ਕੀਤਾ ਸੀ ਕਲਾਸ ਦੇ ਵਿੱਚ, ਜਦੋਂ ਇੰਪਿਊਰਿਟੀਜ਼ ਐਡ ਕਰਦੇ ਆ ਤਾਂ ਇਸ ਪ੍ਰੋਸੈਸ ਨੂੰ ਕੀ ਬੋਲਦੇ ਆ? ਡੋਪਿੰਗ। ਸੋ ਡੋਪਿੰਗ ਇਜ਼ ਦਾ ਪ੍ਰੋਸੈਸ ਆਫ ਐਡਿੰਗ impurities to the intrinsic semiconductor to make it extrinsic। ਠੀਕ ਹੈ, ਜਦੋਂ ਆਪਾਂ ਡੋਪਿੰਗ ਕਰਦੇ ਹਾਂ ਉਹ ਟੂ ਟਾਈਪਸ ਦੀ ਡੋਪਿੰਗ ਹੁੰਦੀ ਹੈ। ਮਤਲਬ ਆਪਾਂ ਡੋਪਿੰਗ ਦਾ ਮੀਨ ਕੁਛ ਮਟੀਰੀਅਲ ਆਪਾਂ ਪਿਓਰ ਸੈਮੀਕੰਡਕਟਰ ਵਿੱਚ ਐਡ ਕਰਨਾ, ਕੁਛ ਹੋਰ ਐਟਮਸ ਪਿਓਰ ਸੈਮੀਕੰਡਕਟਰ ਦੇ ਐਟਮ ਦੇ ਵਿੱਚ ਐਡ ਕਰਨਾ, ਤਾਂ ਉਸ ਪ੍ਰੋਸੈਸ ਨੂੰ ਬੋਲਦੇ ਆ ਡੋਪਿੰਗ। ਠੀਕ ਹੈ, ਜਦੋਂ ਡੋਪਿੰਗ ਆਪਾਂ ਕਰ ਦਿੰਦੇ ਹਾਂ ਕਿਸੇ ਮਟੀਰੀਅਲ ਦੀ, ਉਹਦੀ ਜਿਹੜੀ ਕੰਸਨਟ੍ਰੇਸ਼ਨ ਹੈ ਉਹ ਡਿਪੈਂਡ ਕਰਦਾ ਵੀ ਆਪਾਂ ਕਿੰਨੀ ਅਮਾਊਂਟ ਦੇ ਵਿੱਚ ਉਹ ਵਾਲਾ ਮਟੀਰੀਅਲ ਆਪਾਂ ਐਡ ਕੀਤਾ ਹੈ। ਜਿੰਨੀ ਜ਼ਿਆਦਾ ਅਮਾਊਂਟ ਦੇ ਵਿੱਚ ਉਹ ਐਡ ਕਰਾਂਗੇ ਉਨੀ ਜ਼ਿਆਦਾ ਉਹਦੀ ਚਾਰਜਿਸ ਕੈਰੀ ਹੋਣਗੇ, ਉਨੀ ਜ਼ਿਆਦਾ ਉਹਦੀ ਕਰੰਟ ਕੈਪੈਸਿਟੀ ਹੋ ਜਾਏਗੀ, ਉਨੀ ਜ਼ਿਆਦਾ ਉਹਦੀ ਰੇਟਿੰਗ ਵਧੀ ਜਾਏਗੀ। ਠੀਕ ਹੈ, ਤਾਂ ਉਸ ਹਿਸਾਬ ਨਾਲ ਆਪਾਂ ਜਿਹੜੇ ਡਾਇਓਡ ਆਈਸੀਸ ਚਿਪ ਵਗੈਰਾ ਬਣਾਉਂਦੇ ਆ, ਉਹ ਇਸੇ ਹਿਸਾਬ ਨਾਲ ਵੀ ਰੇਟਿੰਗ ਦੇ ਹਿਸਾਬ ਨਾਲ ਜਿੰਨੀ ਜ਼ਿਆਦਾ ਉੱਚ ਡੋਪਿੰਗ ਹੋਈ ਹੋਏਗੀ ਕਿਸੇ ਮਟੀਰੀਅਲ ਦੀ, ਉਨੀ ਜ਼ਿਆਦਾ ਉਹਦੀ ਰੇਟਿੰਗ ਵਧੀ ਜਾਏਗੀ। ਠੀਕ ਹੈ, ਸੋ ਆਪਾਂ ਦੋ ਤਰ੍ਹਾਂ ਦੀ ਡੋਪਿੰਗ ਕਰ ਸਕਦੇ ਹਾਂ, ਐਨ ਟਾਈਪ ਮਟੀਰੀਅਲ ਦੀ ਤਾਂ ਪੀ ਟਾਈਪ ਮਟੀਰੀਅਲਸ ਦੀ। ਜਦੋਂ ਆਪਾਂ ਡੋਪਿੰਗ ਕਰ ਦਿੰਦੇ ਕਿਸੇ ਪਿਓਰ ਸੈਮੀਕੰਡਕਟਰ ਦੀ, ਤਾਂ ਉਸ ਨੂੰ ਬੋਲਦੇ ਆ ਐਕਸਟ੍ਰਿੰਸਿਕ ਸੈਮੀਕੰਡਕਟਰ। ਪਿਛਲੇ ਡਾਇਗਰਾਮ 'ਚ ਤੁਸੀਂ ਦੇਖਿਆ ਸੀ ਵੀ ਸਾਰੇ ਸਿਲੀਕੋਨ ਐਟਮਸ ਆਪਸ ਦੇ ਵਿੱਚ ਜੁੜੇ ਹੋਏ ਸੀ। ਇਸ ਐਨ ਟਾਈਪ 'ਚ ਦੇਖੋ, ਐਨ ਟਾਈਪ ਡਾਇਗਰਾਮ 'ਚ ਦੇਖੋ ਵੀ ਇੱਕ ਮਟੀਰੀਅਲ ਬਾਹਰੋਂ PB, ਇਹ ਅਲੱਗ ਮਟੀਰੀਅਲ ਆ ਗਿਆ। ਠੀਕ ਹੈ, ਇਹ ਪੈਂਟਾਵਲੈਂਟ ਇੰਪਿਊਰਿਟੀ ਹੈ, ਮਤਲਬ ਇਹਦਾ ਐਨ ਟਾਈਪ ਮਟੀਰੀਅਲ ਬਣਾਏਗਾ। ਪੈਂਟਾਵਲੈਂਟ ਇੰਪਿਊਰਿਟੀਜ਼ ਹੈ, ਇਹ ਐਨ ਟਾਈਪ ਮਟੀਰੀਅਲ ਬਣਾਏਗਾ ਕਿਉਂਕਿ ਇਹਦੇ ਕੋਲ ਇੱਕ ਐਕਸਟਰਾ ਇਲੈਕਟ੍ਰੋਨ ਜਿਹੜਾ ਐਰੋ ਬਣਾ ਕੇ ਬਾਹਰ ਰੱਖਿਆ ਹੋਇਆ ਹੈ। ਅੰਦਰ ਤਾਂ ਉਹ ਮਤਲਬ 8 ਇਲੈਕਟ੍ਰੋਨਸ ਹੈਗੇ ਨੇ, 4 ਕੋਵਲੈਂਟ ਬੌਂਡ ਬਣ ਜਾਣਗੇ 8 ਇਲੈਕਟ੍ਰੋਨਸ ਦੇ ਨਾਲ। ਠੀਕ ਹੈ, ਉਸ ਤੋਂ ਇਲਾਵਾ ਇੱਕ ਇਹਨਾਂ ਕੋਲ ਐਕਸਟਰਾ ਇਲੈਕਟ੍ਰੋਨ ਬਚ ਜਾਂਦਾ। ਇਹ ਡਿਪੈਂਡ ਕਰਦਾ ਮਤਲਬ ਇਹਨਾਂ ਦੀ ਜਿਹੜੀ ਆਊਟਰ ਮੋਸਟ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੈਗੇ ਨੇ। ਆਪਣੇ ਕੋਲ ਫਾਰਮੂਲਾ ਸੀ 2n ਸਕੁਏਅਰ ਫਾਰਮੂਲਾ, ਉਸ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਹਰ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ। ਸਭ ਤੋਂ ਪਹਿਲਾਂ ਆਪਾਂ ਨੂੰ ਉਹ ਜਿਹੜਾ ਮਟੀਰੀਅਲ ਆਪਾਂ ਐਡ ਕਰਨਾ ਹੈ, ਜੇ ਸਪੋਜ਼ ਕਰ ਲਓ ਪੀ ਟਾਈਪ ਮਟੀਰੀਅਲ ਦੇ ਵਿੱਚ ਬੋਰਨ ਐਡ ਕੀਤਾ ਹੈ। ਠੀਕ ਹੈ, ਬੋਰਨ ਦੇ ਵਿੱਚ ਆਪਣੇ ਕੋਲ ਇਹਦਾ ਐਟੋਮਿਕ ਨੰਬਰ ਹੈਗਾ 5। ਪੀ ਟਾਈਪ ਮਟੀਰੀਅਲ ਦੇ ਵਿੱਚ ਆਪਾਂ ਐਡ ਕਰਨਾ ਹੈ ਬੋਰਨ ਦਾ ਐਟੋਮਿਕ ਨੰਬਰ ਹੈਗਾ 5। 2n ਸਕੁਏਅਰ ਫਾਰਮੂਲੇ ਦੇ ਨਾਲ ਆਪਣੇ ਕੋਲ ਫਸਟ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਆ ਜਾਣਗੇ। 2 ਇੰਟੂ n ਦੀ ਵੈਲਿਊ 1 ਪੁੱਟ ਕਰਕੇ 2n ਸਕੁਏਅਰ, 2 ਇੰਟੂ 1 ਇਜ਼ ਇਕੁਅਲ ਟੂ 2। ਫਸਟ ਸ਼ੈਲ ਦੇ ਵਿੱਚ ਆਪਣੇ ਕੋਲ 2 ਇਲੈਕਟ੍ਰੋਨਸ ਆ ਜਾਣਗੇ। ਸੈਕਿੰਡ ਸ਼ੈਲ ਦੇ ਵਿੱਚ ਆਪਣੇ ਕੋਲ ਕਪੈਸਿਟੀ ਹੈਗੀ ਹੈ 8 ਇਲੈਕਟ੍ਰੋਨਸ ਦੀ, ਬਟ ਉੱਥੇ ਆਊਟਰ ਮੋਸਟ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਆ ਜਾਣਗੇ? 3, ਕਿਉਂਕਿ ਇਹਦਾ ਐਟੋਮਿਕ ਨੰਬਰ ਹੈਗਾ 5। 2 ਫਸਟ ਸ਼ੈਲ 'ਚ ਆ ਜਾਣਗੇ, ਆਊਟਰ ਮੋਸਟ ਸ਼ੈਲ ਸੈਕਿੰਡ ਸ਼ੈਲ 'ਚ 3 ਆ ਜਾਣਗੇ। ਸੋ 3 ਜਿਹੜੇ ਬੋਰਨ ਦੇ ਇਲੈਕਟ੍ਰੋਨਸ ਨੇ ਉਹ ਸਿਲੀਕੋਨ ਐਟਮਸ ਦੇ ਨੇਬਰਿੰਗ ਐਟਮਸ ਨਾਲ ਕੋਵਲੈਂਟ ਬੌਂਡ ਬਣਾਉਣਗੇ। 4 ਐਟਮਸ ਤਾਂ ਹੋ ਗਏ ਸਿਲੀਕੋਨ ਦੇ, 3 ਐਟਮਸ ਹੋ ਗਏ ਬੋਰਨ ਦੇ। ਤਾਂ ਇੱਕ ਐਟਮ ਇਹਨਾਂ ਦਾ ਵੇਕੈਂਟ ਹੈ, ਮਤਲਬ ਉਹ ਕੋਵਲੈਂਟ ਬੌਂਡ ਕੰਪਲੀਟ ਨਹੀਂ ਕਰ ਰਿਹਾ, ਤਾਂ ਉੱਥੇ ਕੀ ਜਨਰੇਟ ਹੋ ਜਾਏਗਾ? ਇੱਕ ਹੋਲ। ਠੀਕ ਹੈ, ਸੋ ਪੀ ਟਾਈਪ ਮਟੀਰੀਅਲ ਵਿੱਚ ਇੱਕ ਹੋਲ ਜਨਰੇਟ ਹੋਏਗਾ, ਐਨ ਟਾਈਪ ਮਟੀਰੀਅਲ 'ਚ ਇੱਕ ਐਕਸਟਰਾ ਇਲੈਕਟ੍ਰੋਨ ਹੋਏਗਾ। ਠੀਕ ਹੈ, ਇਹ ਜਦੋਂ ਆਪਾਂ ਇੰਪਿਊਰਿਟੀਜ਼ ਐਡ ਕਰਦੇ ਹਾਂ, ਆਪਣੇ ਕੋਲ 2 ਟਾਈਪਸ ਦੀ ਇੰਪਿਊਰਿਟੀਜ਼ ਹੁੰਦੀਆਂ ਨੇ। ਉਹ ਮਟੀਰੀਅਲਸ 'ਤੇ ਡਿਪੈਂਡ ਕਰਦੇ ਵੀ ਕਿਹੜੇ ਮਟੀਰੀਅਲਸ ਦੀ ਕਿਹੜੀ ਐਟੋਮਿਕ ਨੰਬਰ ਹੈਗਾ। ਜੇ ਕਿਸੇ ਮਟੀਰੀਅਲ ਕੋ ਐਕਸਟਰਾ ਕੋਵਲੈਂਟ ਬੌਂਡ ਬਣਾਉਣ ਤੋਂ ਬਾਅਦ ਐਕਸਟਰਾ ਇਲੈਕਟ੍ਰੋਨ ਬਚ ਜਾਵੇ, ਤਾਂ ਉਸ ਮਟੀਰੀਅਲਸ ਦੀ ਇੰਪਿਊਰਿਟੀਜ਼ ਨੂੰ ਆਪਾਂ ਬੋਲਦੇ ਹਾਂ ਪੈਂਟਾਵਲੈਂਟ। ਉਹਦੀ ਐਗਜ਼ਾਮਪਲ ਹੈਗੀ ਹੈ ਐਂਟਾਮਨੀ, ਫਾਸਫੋਰਸ ਤੇ ਆਰਸੈਨਿਕ। ਠੀਕ ਹੈ, ਐਂਟੀਮਨੀ ਜੋ ਮਟੀਰੀਅਲ ਹੈ ਇਹਦਾ ਐਟੋਮਿਕ ਨੰਬਰ ਹੈਗਾ 51, ਫਾਸਫੋਰਸ ਦਾ ਐਟੋਮਿਕ ਨੰਬਰ ਹੈਗਾ 15 ਤੇ ਆਰਸੈਨਿਕ ਦਾ ਹੈਗਾ 33। ਇਸੇ ਤਰ੍ਹਾਂ ਹੀ ਇਹ ਆਪਾਂ 2n ਸਕੁਏਅਰ ਫਾਰਮੂਲੇ ਦੇ ਵਿੱਚ ਪੁੱਟ ਕਰਨਾ ਹੈ। ਆਊਟਰ ਮੋਸਟ ਸ਼ੈਲ ਦੇ ਵਿੱਚ ਜਦੋਂ ਆਪਣੇ ਕੋਲ ਬੌਂਡ ਕੰਪਲੀਟ ਕਰਨ ਤੋਂ ਬਾਅਦ ਐਕਸਟਰਾ ਇਲੈਕਟ੍ਰੋਨ ਬਚ ਜਾਏਗਾ ਤਾਂ ਉਹ ਪੈਂਟਾਵਲੈਂਟ ਇੰਪਿਊਰਿਟੀਜ਼ ਦਾ ਹੋਏਗਾ।
ਉਸ ਤੋਂ ਬਾਅਦ ਆਪਣੇ ਕੋਲ ਟ੍ਰਾਈਵੈਲੈਂਟ ਇੰਪਿਊਰਿਟੀਜ਼ ਨੇ, 3 ਤਰ੍ਹਾਂ ਦੀਆਂ ਨੇ, ਬੋਰਨ, ਗੈਲੀਅਮ, ਇੰਡੀਅਮ। ਜੀ ਇਹ ਵਾਲੀ ਇੰਪਿਊਰਿਟੀਜ਼ ਆਪਾਂ ਐਡ ਕਰਾਂਗੇ, ਬੋਰਨ ਦਾ ਐਟੋਮਿਕ ਨੰਬਰ ਹੈਗਾ 5, ਗੈਲੀਅਮ 31, ਇੰਡੀਅਮ 49। ਜਦੋਂ ਇਹ ਵਾਲੀ ਮਟੀਰੀਅਲਸ ਦੀ ਆਪਾਂ ਕੈਲਕੂਲੇਸ਼ਨ ਕਰਾਂਗੇ 2n ਸਕੇਅਰ ਫਾਰਮੂਲੇ ਦੇ ਨਾਲ ਪੁੱਟ ਕਰਾਂਗੇ, ਫਸਟ ਸ਼ੈਲ 'ਚ 2, ਸੈਕਿੰਡ ਸ਼ੈਲ 'ਚ 8, ਥਰਡ ਸ਼ੈਲ 'ਚ 18, ਫੋਰਥ ਸ਼ੈਲ 'ਚ 32। ਤੇ ਜਦੋਂ ਕੈਲਕੂਲੇਸ਼ਨ ਕਰਾਂਗੇ ਤਾਂ ਇੱਕ ਇਲੈਕਟ੍ਰੋਨ ਘੱਟ ਹੋ ਜਾਏਗਾ, ਠੀਕ ਹੈ। ਮਤਲਬ ਆਪਣੇ ਕੋਲ ਬੌਂਡ ਕੰਪਲੀਟ ਨਹੀਂ ਹੋਏਗਾ। ਆਊਟਰਮੋਸਟ ਸ਼ੈਲ ਦੇ ਨਾਲ ਜਿਹੜੇ ਵੀ ਇਲੈਕਟ੍ਰੋਨਸ ਹੋਣਗੇ ਉਹੀ ਬੌਂਡ ਬਣਾਉਣਗੇ, ਇਨਰ ਵਾਲੇ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਹੈਗਾ, ਠੀਕ ਹੈ। ਸੋ ਇਹ ਵਾਲੀ ਜਦੋਂ ਮਟੀਰੀਅਲਸ ਆਪਾਂ ਕਿਸੇ ਪਿਓਰ ਸੈਮੀ ਕੰਡਕਟਰ, ਇੰਟ੍ਰਿੰਸਿਕ ਸੈਮੀ ਕੰਡਕਟਰ ਦੇ ਵਿੱਚ ਆਪਾਂ ਐਡ ਕਰਦੇ ਹਾਂ ਤਾਂ ਐਕਸਟ੍ਰਿੰਸਿਕ ਬਣ ਜਾਂਦਾ ਹੈ, ਤਾਂ ਇਹ ਵਾਲੀ ਇੰਪਿਊਰਿਟੀਜ਼ ਆਪਾਂ ਐਡ ਕਰਦੇ ਹਾਂ, ਠੀਕ ਹੈ। ਸੋ ਇਸ ਪ੍ਰੋਸੈਸ ਨੂੰ ਕੀ ਬੋਲਦੇ ਆ? ਡੋਪਿੰਗ, ਠੀਕ ਹੈ। ਸੋ ਜਿਹੜਾ ਮਤਲਬ ਆਪਣੇ ਕੋਲ ਡੋਪਿੰਗ ਕਰਨ ਤੋਂ ਬਾਅਦ ਸੈਮੀ ਕੰਡਕਟਰ ਬਣੇਗਾ ਉਹਦਾ ਨਾਮ ਰੱਖਿਆ ਜਾਏਗਾ ਡੋਪਡ ਜਾਂ ਐਕਸਟ੍ਰਿੰਸਿਕ ਸੈਮੀ ਕੰਡਕਟਰ, ਠੀਕ ਹੈ। ਨੈਕਸਟ ਆਪਣੇ ਕੋਲ ਪਤਾ ਲੱਗ ਜਾਏਗਾ ਕਿਸ ਤਰ੍ਹਾਂ ਆਪਾਂ ਇੰਪਿਊਰਿਟੀਜ਼ ਨੇ, ਜੋ ਮੈਂ ਪਹਿਲਾਂ ਹੀ ਬੋਲੀਆਂ ਨੇ, ਪੀ ਟਾਈਪ ਸੈਮੀ ਕੰਡਕਟਰ ਦੀਆਂ 3 ਇੰਪਿਊਰਿਟੀਜ਼ ਨੇ, ਉਹਨਾਂ ਦੇ ਵਿੱਚ ਟ੍ਰਾਈਵੈਲੈਂਟ ਇੰਪਿਊਰਿਟੀਜ਼, ਉਹਨਾਂ ਨੂੰ ਟ੍ਰਾਈਵੈਲੈਂਟ ਇੰਪਿਊਰਿਟੀਜ਼ ਇਸ ਕਰਕੇ ਬੋਲਦੇ ਹਾਂ ਕਿਉਂਕਿ ਆਊਟਰਮੋਸਟ ਸ਼ੈਲ ਦੇ ਵਿੱਚ ਉਹਨਾਂ ਕੋਲ 3 ਇਲੈਕਟ੍ਰੋਨਸ ਹੀ ਬਚਦੇ ਨੇ, ਠੀਕ ਹੈ। ਤੋ ਐਨ ਟਾਈਪ ਦੇ ਵਿੱਚ ਪੈਂਟਾਵਲੈਂਟ ਇਸ ਕਰਕੇ ਬੋਲਦੇ ਹਾਂ ਕਿਉਂਕਿ ਜਦੋਂ 51 ਜਾਂ 15 ਜਾਂ 33 ਦੀ ਕੈਲਕੂਲੇਸ਼ਨ 2n ਸਕੇਅਰ ਫਾਰਮੂਲੇ ਦੇ ਨਾਲ ਕਰਦੇ ਹਾਂ ਤਾਂ ਆਊਟਰਮੋਸਟ ਸ਼ੈਲ ਦੇ ਵਿੱਚ 5 ਇਲੈਕਟ੍ਰੋਨ ਬਚਦੇ ਨੇ। ਤਾਂ ਆਪਾਂ ਨੂੰ ਬੌਂਡ ਬਣਾਉਣ ਵਾਸਤੇ 4 ਚਾਹੀਦੇ ਨੇ, ਇੱਕ ਇਲੈਕਟ੍ਰੋਨ ਇਹਨਾਂ ਦੇ ਵਿੱਚ ਐਨ ਟਾਈਪ 'ਚ ਮਟੀਰੀਅਲ 'ਚ ਇੱਕ ਇਲੈਕਟ੍ਰੋਨ ਫਾਲਤੂ ਬਚ ਜਾਂਦਾ, ਉਹ ਇਲੈਕਟ੍ਰੋਨਸ ਬਚ ਜਾਂਦਾ, ਫ੍ਰੀ ਇਲੈਕਟ੍ਰੋਨਸ ਉਹਨੂੰ ਬੋਲਦੇ ਆ। ਤੇ ਜੋ ਪੀ ਟਾਈਪ ਮਟੀਰੀਅਲ ਨੇ ਉਹਨਾਂ ਦੇ ਵਿੱਚ ਆਊਟਰਮੋਸਟ ਸ਼ੈਲ ਦੇ ਵਿੱਚ 3 ਬਚ ਜਾਂਦੇ, ਤਾਂ ਆਪਾਂ ਨੂੰ ਬੌਂਡ ਬਣਾਉਣ ਵਾਸਤੇ 4 ਚਾਹੀਦੇ ਆ, ਠੀਕ ਹੈ। ਤਾਂ ਇੱਕ ਇਲੈਕਟ੍ਰੋਨ ਉਹਨਾਂ ਦਾ ਘੱਟ ਜਾਂਦਾ, ਤਾਂ ਉੱਥੇ ਕੀ ਬਚ ਜਾਂਦਾ? ਹੋਲ। ਜਦੋਂ ਆਪਾਂ ਮਟੀਰੀਅਲਸ ਬਣਾਉਣੇ ਨੇ 2 ਟਾਈਪਸ ਦੇ ਬਣਾ ਸਕਦੇ, ਪੀ ਟਾਈਪ ਅਤੇ ਐਨ ਟਾਈਪ, ਉਹ ਡਿਪੈਂਡ ਕਰਦਾ ਕਿਹੜੀ ਇੰਪਿਊਰਿਟੀਜ਼ ਆਪਾਂ ਐਡ ਕਰਾਂਗੇ। ਜੇ ਪੀ ਟਾਈਪ ਪੈਂਟਾਵਲੈਂਟ ਇੰਪਿਊਰਿਟੀਜ਼ ਐਡ ਕਰਾਂਗੇ ਤਾਂ ਐਨ ਟਾਈਪ ਬਣਨਗੇ, ਤਾਂ ਟ੍ਰਾਈਵੈਲੈਂਟ ਇੰਪਿਊਰਿਟੀਜ਼ ਕਰਾਂਗੇ ਤਾਂ ਪੀ ਟਾਈਪ ਬਣਨਗੇ ਮਟੀਰੀਅਲਸ। ਇਹ ਪੀ ਟਾਈਪਸ ਦੀ ਡੈਫੀਨੇਸ਼ਨ ਹੈ। ਜੋ ਐਕਸਟ੍ਰਿੰਸਿਕ ਸੈਮੀ ਕੰਡਕਟਰ ਹੈ ਪੀ ਟਾਈਪ, ਇਹ ਫਾਰਮ ਕਿਸ ਤਰ੍ਹਾਂ ਹੁੰਦਾ ਹੈ? ਜਦੋਂ ਟ੍ਰਾਈਵੈਲੈਂਟ ਇੰਪਿਊਰਿਟੀ ਆਪਾਂ ਇਹਨਾਂ ਦੇ ਵਿੱਚ ਐਡ ਕਰ ਦਿੰਦੇ ਹਾਂ ਪਿਓਰ ਸੈਮੀ ਕੰਡਕਟਰ ਦੇ ਵਿੱਚ ਸਮਾਲ ਅਮਾਊਂਟ ਦੇ ਵਿੱਚ, ਐਜ਼ ਅ ਰਿਜ਼ਲਟ ਲਾਰਜ ਨੰਬਰ ਆਫ ਹੋਲਸ ਆਰ ਕ੍ਰੀਏਟਡ ਇਨ ਇਟ। ਸੋ ਲਾਰਜ ਨੰਬਰ ਆਫ ਹੋਲਸ ਕ੍ਰੀਏਟਡ ਬਾय pentavalent trivalent impurities, ठीक है। A large number of holes are provided in the semiconductor materials by addition of trivalent impurities like gallium or indium। ਇਹ 3 ਐਗਜ਼ਾਮਪਲਸ ਤੁਹਾਨੂੰ ਦਿੱਤੀਆਂ ਹੋਈਆਂ, ਬੋਰਨ, ਗੈਲੀਅਮ ਅਤੇ ਇੰਡੀਅਮ। ਇਹ ਵਾਲੇ ਜਿਹੜੇ ਮਟੀਰੀਅਲਸ ਨੇ ਇਹਨਾਂ ਨੂੰ ਆਪਾਂ ਟ੍ਰਾਈਵੈਲੈਂਟ ਇੰਪਿਊਰਿਟੀਜ਼ ਬੋਲਦੇ ਹਾਂ, ਅਤੇ ਇਹ ਪੀ ਟਾਈਪ ਮਟੀਰੀਅਲ ਹੀ ਬਣਾਉਂਦੀ ਸੀ, ਠੀਕ ਹੈ। ਐਨ ਟਾਈਪ ਦੀ ਡੈਫੀਨੇਸ਼ਨ, ਜਦੋਂ ਆਪਾਂ ਪੈਂਟਾਵਲੈਂਟ ਇੰਪਿਊਰਿਟੀਜ਼ ਐਡ ਕਰਦੇ ਹਾਂ, ਠੀਕ ਹੈ, ਤਾਂ ਪੈਂਟਾਵਲੈਂਟ ਇੰਪਿਊਰਿਟੀਜ਼ ਕਿਹੜੀ ਹੋ ਗਈ? ਐਂਟੀਮਨੀ, ਫਾਸਫੋਰਸ ਅਤੇ ਆਰਸੈਨਿਕ। ਤਾਂ ਉਦੋਂ ਜਿਹੜਾ ਮਟੀਰੀਅਲ ਬਣਦਾ ਉਸ ਨੂੰ ਬੋਲਦੇ ਆਪਾਂ ਐਨ ਟਾਈਪ ਸੈਮੀ ਕੰਡਕਟਰਸ, ਠੀਕ ਹੈ। ਇਹ ਜਦੋਂ ਇੰਪਿਊਰਿਟੀਜ਼ ਆਪਾਂ ਐਡ ਕਰਦੇ ਹਾਂ ਤਾਂ ਆਪਣੇ ਕੋਲ ਇੱਕ ਐਕਸਟਰਾ ਇਲੈਕਟ੍ਰੋਨਸ ਬਚ ਜਾਂਦਾ, ਠੀਕ ਹੈ। ਇਹਦੀ ਐਗਜ਼ਾਮਪਲਸ ਹੈ ਵੀ ਪੈਂਟਾਵਲੈਂਟ ਇੰਪਿਊਰਿਟੀਜ਼ ਦੇਖੋ, ਇਹਦੇ ਆਊਟਰਮੋਸਟ ਵੈਲੈਂਸੀ ਇਲੈਕਟ੍ਰੋਨ 5 ਬਚ ਜਾਂਦੇ, ਦੇਖੋ ਇੱਕ ਡਾਇਗਰਾਮ ਦੇ ਵਿੱਚ। ਐਂਟੀਮਨੀ, ਫਾਸਫੋਰਸ ਅਤੇ ਆਰਸੈਨਿਕ ਦੇ ਵਿੱਚ ਆਊਟਰਮੋਸਟ ਸ਼ੈਲ 'ਚ ਦੇਖੋ ਰੈੱਡ ਕਲਰ ਦੇ 5 ਇਲੈਕਟ੍ਰੋਨਸ ਬਚ ਜਾਂਦੇ। ਇਸ ਤਰ੍ਹਾਂ ਦੀ ਇੰਪਿਊਰਿਟੀਜ਼ ਨੂੰ ਆਪਾਂ ਡੋਨਰ ਇੰਪਿਊਰਿਟੀਜ਼ ਵੀ ਬੋਲਦੇ, ਠੀਕ ਹੈ। ਅਤੇ ਨੀਚੇ ਵਾਲਾ ਟ੍ਰਾਈਵੈਲੈਂਟ ਇੰਪਿਊਰਿਟੀਜ਼ ਬੋਰਨ, ਐਲੂਮੀਨੀਅਮ ਅਤੇ ਗੈਲੀਅਮ ਦੇ ਵਿੱਚ ਦੇਖੋ ਆਊਟਰਮੋਸਟ ਸ਼ੈਲ ਦੇ ਵਿੱਚ 3 ਇਲੈਕਟ੍ਰੋਨਸ ਬਚਦੇ ਆ, ਤਾਂ ਇਸ ਨੂੰ ਆਪਾਂ ਅਸੈਪਟਰ ਇੰਪਿਊਰਿਟੀਜ਼ ਵੀ ਬੋਲਦੇ ਹਾਂ, ਠੀਕ ਹੈ। ਇਹ ਬੇਟਾ ਕ੍ਰਿਸਟਲਾਈਨ ਸਟਰਕਚਰ ਆਪਣੇ ਕੋਲ ਹੈਗਾ ਵੀ ਆਪਾਂ ਕਿਸ ਤਰ੍ਹਾਂ ਮਤਲਬ ਐਡੀਸ਼ਨ ਕੀਤੀ ਕਿਸੇ ਐਕਸਟਰਾ ਇੰਪਿਊਰਿਟੀਜ਼ ਦੀ। ਇਹਦੇ ਵਿੱਚ ਇਹ ਦੇਖੋ, ਇਹਦੇ ਵਿੱਚ ਆਪਾਂ ਫਾਸਫੋਰਸ ਐਡ ਕੀਤਾ, ਇਹ ਐਨ ਟਾਈਪ ਦਾ ਸਟਰਕਚਰ ਹੈ, ਪੀ ਫਾਸਫੋਰਸ ਹੈ ਨਾ,
ਫਾਸਫੋਰਸ ਪੈਂਟਾਵਲੈਂਟ ਇੰਪਿਊਰਿਟੀਜ਼ ਹੈ, ਠੀਕ ਹੈ। ਇਹਦਾ ਐਟੋਮਿਕ ਨੰਬਰ ਹੈਗਾ 15, ਇਹਦਾ ਐਟੋਮਿਕ ਨੰਬਰ ਹੈਗਾ 15 ਤੇ ਇਹਦੇ ਆਊਟਰ ਮੋਸਟ ਸ਼ੈਲ 'ਚ ਦੇਖੋ 5 ਇਲੈਕਟ੍ਰੋਨਸ ਹੁੰਦੇ, 2n ਸਕੁਅਰ ਫਾਰਮੂਲਾ ਦੇ ਨਾਲ। ਫਸਟ ਸ਼ੈਲ 'ਚ 2, ਸੈਕੰਡ ਸ਼ੈਲ 'ਚ 8, ਥਰਡ ਸ਼ੈਲ 'ਚ 5। ਸੋ 5 ਆਊਟਰ ਮੋਸਟ ਸ਼ੈਲ ਦੇ ਵਿੱਚ ਹੋਏ ਤਾਂ ਪੀ ਦੇ ਆਸੇ ਪਾਸੇ ਦੇਖੋ 4 ਜਿਹੜੇ ਇਲੈਕਟ੍ਰੋਨਸ ਨੇ ਉਹ ਹੈਗੇ ਨੇ ਫਾਸਫੋਰਸ ਦੇ, ਇੱਕ ਇਲੈਕਟ੍ਰੋਨ ਐਕਸਟਰਾ ਹੈ। ਜੋ 4 ਹੈਗੇ ਨੇ ਨਾਲ ਦੇ ਨੇਬਰਿੰਗ ਸਿਲੀਕੋਨ ਐਟਮਸ ਦੇ ਨਾਲ 4 ਤਾਂ ਆਪਣੇ ਨਾਲ ਕੋਵਲੈਂਟ ਬੌਂਡ ਕੰਪਲੀਟ ਕਰ ਰਹੇ ਨੇ, ਤਾਂ ਇੱਕ ਇਲੈਕਟ੍ਰੋਨ ਐਕਸਟਰਾ ਹੈ। ਆਪਾਂ ਨੂੰ 4 ਚਾਹੀਦੇ ਸੀ, ਫਾਸਫੋਰਸ ਕੋਰ ਹੈਗੇ 5, ਤਾਂ ਇੱਕ ਇਲੈਕਟ੍ਰੋਨ ਫਾਲਤੂ ਹੋ ਗਿਆ ਨਾ। ਤਾਂ ਜਿਹੜਾ ਇਲੈਕਟ੍ਰੋਨ ਫਾਲਤੂ ਹੋ ਗਿਆ ਇਹਨੇ ਹੀ ਆਪਾਂ ਨੂੰ ਹੈਲਪ ਕਰਨੀ ਹੈ ਕਰੰਟ ਨੂੰ ਪਾਸ ਕਰਾਉਣ ਵਾਸਤੇ, ਠੀਕ ਹੈ। ਜਿੰਨੀ ਜ਼ਿਆਦਾ ਆਪਾਂ ਫਾਸਫੋਰਸ ਦੀ ਇਸ ਸਿਲੀਕੋਨ ਲੈਟਿਸ ਦੇ ਵਿੱਚ ਆਪਾਂ ਐਡੀਸ਼ਨ ਕਰਦੇ ਜਾਵਾਂਗੇ ਉਨੇ ਜ਼ਿਆਦਾ ਆਪਣੇ ਕੋਲ ਇਲੈਕਟ੍ਰੋਨਸ ਆਉਂਦੇ ਜਾਣਗੇ, ਤਾਂ ਇਲੈਕਟ੍ਰੋਨ ਇੱਕ ਕੀ ਬਣ ਜਾਣਗੇ, ਕੈਰੀਅਰ ਪਾਥ ਬਣ ਜਾਣਗੇ ਇਲੈਕਟ੍ਰੋਨ ਨੂੰ ਫਲੋ ਕਰਨ ਵਾਸਤੇ। ਇਸ ਕਰਕੇ ਕਰੰਟ ਆਪਾਂ ਇਹਦੇ ਵਿੱਚੋਂ ਫਲੋ ਕਰਵਾ ਸਕਦੇ ਹਾਂ, ਠੀਕ ਹੈ। ਅਤੇ ਜਿਹੜਾ ਦੋ ਐਟਮਸ ਆਪਸ ਦੇ ਵਿੱਚ ਬਣਾਉਂਦੇ ਆ ਬੌਂਡ, ਉਸ ਨੂੰ ਬੌਂਡ ਬੋਲਦੇ ਆ ਕੋਵਲੈਂਟ ਬੌਂਡ। ਇਹ ਤਾਂ ਹੋ ਗਈ ਐਗਜ਼ਾਮਪਲ ਆਪਣੀ ਐਨ ਟਾਈਪ, ਜਿਹਦੇ ਵਿੱਚ ਆਪਾਂ ਪੈਂਟਾਵਲੈਂਟ ਇੰਪਿਊਰਿਟੀ ਫਾਸਫੋਰਸ ਐਡ ਕੀਤਾ, ਠੀਕ ਹੈ। ਇਸ ਐਗਜ਼ਾਮਪਲ ਦੇ ਵਿੱਚ ਦੇਖੋ ਆਪਾਂ ਐਡ ਕੀਤਾ ਬੋਰਨ, ਤਾਂ ਬੋਰਨ ਆਪਾਂ ਨੂੰ ਪਤਾ ਹੈ ਟਰਾਈਵੈਲੈਂਟ ਇੰਪਿਊਰਿਟੀ ਹੈ, ਇਹ ਆਪਾਂ ਨੂੰ ਬਣਾਏਗਾ ਪੀ ਟਾਈਪ ਮਟੀਰੀਅਲ। ਆਪਾਂ ਜਦੋਂ ਬੋਰਨ ਐਡ ਕਰਾਂਗੇ ਤਾਂ ਆਪਣੇ ਕੋਲ ਪੀ ਟਾਈਪ ਮਟੀਰੀਅਲਸ ਬਣਨਗੇ, ਠੀਕ ਹੈ। ਜਦੋਂ ਆਪਾਂ ਪੀ ਟਾਈਪ ਮਟੀਰੀਅਲਸ ਬਣਾਵਾਂਗੇ ਇਸ ਦੇ ਵਿੱਚ ਆਪਣੇ ਕੋਲ ਜਿਹੜਾ ਬੋਰਨ ਹੈ ਉਹਦਾ ਐਟੋਮਿਕ ਨੰਬਰ ਹੈਗਾ 5, ਠੀਕ ਹੈ। ਸੋ ਇਹਦੇ ਆਊਟਰ ਮੋਸਟ ਸ਼ੈਲ ਦੇ ਵਿੱਚ ਇਲੈਕਟ੍ਰੋਨ ਬਚ ਜਾਣਗੇ 3, ਫਸਟ ਸ਼ੈਲ ਦੇ ਵਿੱਚ 2, ਸੈਕੰਡ ਸ਼ੈਲ ਦੇ ਵਿੱਚ 3। ਜਦੋਂ 3 ਇਲੈਕਟ੍ਰੋਨ ਬਚਣਗੇ ਤਾਂ ਆਪਾਂ ਨੂੰ ਬੌਂਡ ਕੰਪਲੀਟ ਕਰਨ ਵਾਸਤੇ ਚਾਹੀਦੇ ਨੇ 4 ਇਲੈਕਟ੍ਰੋਨਸ। ਤਾਂ ਇੱਕ ਜਿਹੜਾ ਇਲੈਕਟ੍ਰੋਨਸ ਹੈ ਉਹ ਆਪਣੇ ਕੋਲ ਨਹੀਂ ਬਚੇਗਾ, ਉਹ ਇਲੈਕਟ੍ਰੋਨ ਨਹੀਂ ਬਚੇਗਾ ਤਾਂ ਮਤਲਬ ਬੌਂਡ ਕੰਪਲੀਟ ਨਹੀਂ ਹੋਏਗਾ। ਬੌਂਡ ਕੰਪਲੀਟ ਨਹੀਂ ਹੋਏਗਾ ਤਾਂ ਉਸ ਖਾਲੀ ਜਗ੍ਹਾ 'ਤੇ ਕੀ ਬਣ ਜਾਏਗਾ, ਹੋਲ। ਤੁਸੀਂ ਦੇਖੋ ਜਦੋਂ ਮਤਲਬ ਆਪਾਂ ਟਰਾਈਵੈਲੈਂਟ ਇੰਪਿਊਰਿਟੀਜ਼ ਐਡ ਕਰਦੇ ਹਾਂ ਜਿਸ ਤਰ੍ਹਾਂ ਬੋਰਨ, ਗੈਲੀਅਮ, ਇੰਡੀਅਮ, ਤਾਂ ਉਹ ਆਪਾਂ ਨੂੰ ਹੋਲ ਕ੍ਰੀਏਟ ਹੁੰਦਾ। ਤਾਂ ਇਸ ਦੇ ਵਿੱਚ ਦੇਖੋ ਜਦੋਂ ਆਪਾਂ ਪੈਂਟਾਵਲੈਂਟ ਇੰਪਿਊਰਿਟੀਜ਼ ਐਨ ਟਾਈਪ ਮਟੀਰੀਅਲ ਬਣਾਉਂਦੇ ਹਾਂ ਤਾਂ ਇਹਦੇ ਵਿੱਚ ਆਪਣੇ ਕੋਲ ਇਲੈਕਟ੍ਰੋਨਸ ਕ੍ਰੀਏਟ ਹੁੰਦਾ, ਠੀਕ ਹੈ। ਸੋ ਐਨ ਟਾਈਪ ਦੇ ਵਿੱਚ ਇਲੈਕਟ੍ਰੋਨਸ ਕ੍ਰੀਏਟ ਹੋਣਗੇ ਤਾਂ ਪੀ ਟਾਈਪ ਦੇ ਵਿੱਚ ਹੋਲਸ ਕ੍ਰੀਏਟ ਹੋਣਗੇ, ਠੀਕ ਹੈ। ਸੋ ਇਸ ਹਿਸਾਬ ਨਾਲ ਆਪਣੇ ਕੋਲ ਐਨ ਟਾਈਪ ਔਰ ਪੀ ਟਾਈਪ ਮਤਲਬ ਜਿਹੜੇ ਮਟੀਰੀਅਲਸ ਨੇ ਉਹ ਬਣ ਸਕਦੇ ਨੇ, ਠੀਕ ਹੈ। ਸੋ ਤੁਸੀਂ ਮਤਲਬ ਅੱਜ ਸਾਰਾ ਜਿਹੜਾ ਲੈਕਚਰ ਹੈ ਇਸ ਦੇ ਵਿੱਚ ਕੀ ਦੇਖਣਾ ਹੈ ਵੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸੈਮੀਕੰਡਕਟਰ 2 ਟਾਈਪਸ ਦੇ ਹੁੰਦੇ। ਸਭ ਤੋਂ ਪਹਿਲਾਂ ਡੈਫੀਨੇਸ਼ਨ ਆਫ ਸੈਮੀਕੰਡਕਟਰ ਤੁਹਾਨੂੰ ਪਤਾ ਹੋਣਾ ਚਾਹੀਦਾ ਸੈਮੀਕੰਡਕਟਰ ਕੀ ਚੀਜ਼ ਹੁੰਦੀ ਹੈ। 2 ਟਾਈਪਸ ਉਹਦੀਆਂ ਹੁੰਦੀਆਂ ਨੇ, ਇੰਟ੍ਰਿੰਸਿਕ ਅਤੇ ਐਕਸਟ੍ਰਿੰਸਿਕ। ਜਿਹੜੇ ਇੰਟ੍ਰਿੰਸਿਕ ਨੇ ਉਹ ਪਿਓਰ, ਜਿਹੜੇ ਐਕਸਟ੍ਰਿੰਸਿਕ ਨੇ ਉਹਨਾਂ ਦੇ ਵਿੱਚ ਆਪਾਂ ਕੁਛ ਡੋਪਿੰਗ ਕਰ ਦਿੰਦੇ ਹਾਂ। ਡੋਪਿੰਗ ਤੋਂ ਬਾਅਦ ਉਹ ਕੀ ਬਣ ਜਾਂਦੇ ਨੇ, ਐਕਸਟ੍ਰਿੰਸਿਕ ਸੈਮੀਕੰਡਕਟਰ। ਜਿਹੜੇ ਐਕਸਟ੍ਰਿੰਸਿਕ ਸੈਮੀਕੰਡਕਟਰ ਨੇ ਉਹ ਵੀ ਅੱਗੇ 2 ਟਾਈਪਸ ਦੇ ਹੁੰਦੇ ਨੇ, ਐਨ ਟਾਈਪ ਔਰ ਪੀ ਟਾਈਪ। ਇਹ ਡਿਪੈਂਡ ਕਰਦਾ ਆਪਾਂ ਕਿਹੜੀ ਵਾਲੀ ਇੰਪਿਊਰਿਟੀਜ਼ ਆਪਾਂ ਇਹਨਾਂ ਦੇ ਵਿੱਚ ਐਡ ਕਰਨੀ ਹੈ। ਜੇ ਆਪਾਂ ਪੀ ਟਾਈਪ ਮਟੀਰੀਅਲ ਦੀ ਟਰਾਈਵੈਲੈਂਟ ਇੰਪਿਊਰਿਟੀਜ਼ ਐਡ ਕਰਾਂਗੇ ਤਾਂ ਪੀ ਟਾਈਪ ਬਣ ਜਾਣਗੇ, ਜਾਂ ਪੈਂਟਾਵਲੈਂਟ ਇੰਪਿਊਰਿਟੀਜ਼ ਐਡ ਕਰਾਂਗੇ ਤਾਂ ਉਹ ਐਨ ਟਾਈਪ ਮਟੀਰੀਅਲ ਬਣ ਜਾਣਗੇ। ਜਿਹੜੀ ਮਤਲਬ ਪੀ ਟਾਈਪ ਇੰਪਿਊਰਿਟੀਜ਼ ਹੈ ਉਹਨਾਂ ਨੂੰ ਆਪਾਂ ਅਸੈਪਟਰ ਇੰਪਿਊਰਿਟੀਜ਼ ਵੀ ਬੋਲਦੇ ਹਾਂ, ਤਾਂ ਜਿਹੜੀ ਮਤਲਬ ਐਨ ਟਾਈਪ ਹੈ ਉਹਨਾਂ ਨੂੰ ਆਪਾਂ ਡੋਨਰ ਇੰਪਿਊਰਿਟੀਜ਼ ਵੀ ਬੋਲਦੇ ਹਾਂ। ਉਸ ਇੰਪਿਊਰਿਟੀਜ਼ ਜਿਹੜੀਆਂ ਆਪਾਂ ਐਡ ਕਰਨੀਆਂ ਨੇ ਉਹਨਾਂ ਦਾ ਨਾਮ ਤੁਹਾਨੂੰ ਯਾਦ ਰੱਖਣਾ ਜ਼ਰੂਰੀ ਹੈ। ਜਿਸ ਤਰ੍ਹਾਂ ਪੀ ਟਾਈਪ ਦੀ ਟਰਾਈਵੈਲੈਂਟ ਇੰਪਿਊਰਿਟੀਜ਼ ਨੇ ਉਹਨਾਂ ਦੀਆਂ 3 ਇੰਪਿਊਰਿਟੀਜ਼ ਦੱਸੀਆਂ ਨੇ, ਬੋਰਨ, ਗੈਲੀਅਮ, ਇੰਡੀਅਮ। ਉਹਨਾਂ ਦਾ ਐਟੋਮਿਕ ਨੰਬਰ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਬੋਰਨ ਦਾ 5, ਗੈਲੀਅਮ ਦਾ 31, ਇੰਡੀਅਮ ਦਾ 49, ਠੀਕ ਹੈ। ਜੋ ਐਨ ਟਾਈਪ ਮਟੀਰੀਅਲਸ ਨੇ ਪੈਂਟਾਵਲੈਂਟ ਇੰਪਿਊਰਿਟੀਜ਼ ਨੇ ਉਹਨਾਂ ਦਾ ਨਾਮ ਹੈਗਾ ਐਂਟੀਮਨੀ, ਫਾਸਫੋਰਸ ਅਤੇ ਆਰਸੈਨਿਕ, ਠੀਕ ਹੈ। ਐਂਟੀਮਨੀ ਦਾ ਐਟੋਮਿਕ ਨੰਬਰ ਹੈਗਾ 51, ਫਾਸਫੋਰਸ ਦਾ 15, ਆਰਸੈਨਿਕ ਦਾ 33। ਸੋ ਉਸ ਤੋਂ ਬਾਅਦ 2n ਸਕੁਅਰ ਫਾਰਮੂਲੇ ਦੇ ਨਾਲ ਆਪਾਂ ਕੈਲਕੂਲੇਸ਼ਨ ਕਰਨੀ ਹੈ। ਕੈਲਕੂਲੇਸ਼ਨ ਕਰਨ ਤੋਂ ਬਾਅਦ ਆਪਾਂ ਦੇਖਣਾ ਹੈ ਵੀ ਇਹ ਪੀ ਟਾਈਪ ਮਟੀਰੀਅਲ ਹੈ ਜਾਂ ਐਨ ਟਾਈਪ ਮਟੀਰੀਅਲ ਹੈ, ਠੀਕ ਹੈ। ਆਊਟਰ ਮੋਸਟ ਸ਼ੈਲ ਦੇ ਵਿੱਚ ਇਲੈਕਟ੍ਰੋਨਸ ਜੇ 3 ਹੋਣਗੇ ਤਾਂ ਉਹ ਪੀ ਟਾਈਪ ਹੋਏਗਾ, ਟਰਾਈਵੈਲੈਂਟ ਇੰਪਿਊਰਿਟੀਜ਼ ਹੋਏਗਾ। ਜੇ ਆਊਟਰ ਮੋਸਟ ਸ਼ੈਲ 'ਚ 5 ਇਲੈਕਟ੍ਰੋਨ ਹੋਣਗੇ ਉਹਨਾਂ ਨੂੰ ਆਪਾਂ ਬੋਲਦੇ ਹਾਂ ਪੈਂਟਾਵਲੈਂਟ, ਤਾਂ ਉਹ ਹੋਣਗੀ ਐਨ ਟਾਈਪ ਸੈਮੀਕੰਡਕਟਰ ਬਣਾਉਣਗੇ, ਠੀਕ ਹੈ। ਇਹਨਾਂ ਦੇ ਐਟੋਮਿਕ ਨੰਬਰ ਵੀ ਨਾਲ ਲਿਖੇ ਹੋਏ ਨੇ, ਹਰ ਇੱਕ ਮਟੀਰੀਅਲ ਕਿਹੜੀ ਇੰਪਿਊਰਿਟੀ ਪੀ ਟਾਈਪ ਹੈ, ਕਿਹੜੀ ਇੰਪਿਊਰਿਟੀਜ਼
एन टाइप ये तुसी याद रखनी है। 2 मार्क्स का क्वेश्चन आ जाता है। उस तो बाद 6 मार्क्स का क्वेश्चन ये है, वट आर द सैमीकंडक्टर, वट आर द एक्सटेंसिव सैमीकंडक्टर एंड वट आर टाइप, पी टाइप एंड एन टाइप। इस दे विच तुसी पहला इसकी डेफिनेशन दसनी है भी पी टाइप मटीरियल किहड़े हुंदे, जो आपां ट्राईवेलेंट इंप्योरिटी ऐड कर दिंदे तां एक होल क्रिएट हो जाता है। ये डेफिनेशन क्रिएट करनी। उस तो बाद यह जिहड़ा डायग्राम है ये बनाना तुसीं। फिर एन टाइप दे विच जदों आपां कोई पेंटावलेंट इंप्योरिटी ऐड करते हैं, ठीक है, उदों मतलब अपने कोल एन टाइप मटीरियल बन जाता है। सो यही उन्हां दी स्ट्रक्चर दी एग्जांपल है। उपर वाली अपने कोल हैगी है पेंटावलेंट दी, नीचे अपने कोल हैगी है ट्राईवेलेंट, ठीक है। इस तो बाद स्ट्रक्चर दोनों का हैगा एन टाइप एंड पी टाइप, ठीक है। जो पिछली डायग्राम च नहीं समझ आया तो ये वाली डायग्राम देखो। इन्हां दे विच एक साइड ते फस्ट फिगर है जिहड़ी उहदे विच फास्फोरस ऐड किया है, ਇਹਦਾ मतलब ਆਪਾਂ पेंटावलेंट इंप्योरिटी ऐड की। ਇਹਦਾ मतलब ਇਹ एन टाइप मटीरियल ਦਾ डायग्राम हैगा, ठीक है। उस तो बाद ਜਿਹੜਾ सैकेंड है ਉਹਦੇ ਵਿੱਚ ਆਪਾਂ बोरॉन ऐड किया। बोरॉन मतलब ਆਪਾਂ ट्राईवेलेंट इंप्योरिटी ऐड की तो ये ਆਪਾਂ ਨੂੰ ਕਿਹੜਾ मटीरियल देगा, पी टाइप मटीरियल, ठीक है। नैक्सट लैक्चर च ਆਪਾਂ देखांगे भी पी टाइप मटीरियल किस तरह मतलब इन्हां दे विचों करंट पास हुंदा है, एन टाइप दे विच करंट किस तरह पास हुंदा है, ठीक है। ओके बेटा, थैंक यू। अगर कोई प्रॉब्लम होई तो तुसीं फ़ोन करके पूछ सकते हो, ਜਾਂ मतलब कोई होर क्वेरी है कोई व्हाट्सएप ते तुसीं तां भी पूछ सकते हो, ठीक है। थैंक यू। अपनी नोटबुक ते ये नोट करके पहला डायग्राम बनाना देखना है भी पहला सिलिकॉन का खाली स्ट्रक्चर बनाना है। ਉਹਦੇ ਵਿੱਚ देखो जे आप फास्फोरस नहीं लगाते तो इत्थे सिलिकॉन का एटम हुंदा तो बिल्कुल यह बन जाना सी इंट्रेंसिक। हुण आपां इहदे विच फास्फोरस ऐड करता तो यह की बन गया एक्सट्रेंसिक। पहला इंट्रेंसिक की डायग्राम बनानी है, फिर पी लगा के जिथे सिलिकॉन लिखिया सी उत्थे पी फास्फोर ला के पी लिख के एक एक्सट्रा इलैक्ट्रॉन दिखाना है, ठीक है। अलग अलग डायग्राम जी पहला बनेगी प्योर सिलिकॉन की वो होएगी इंट्रेंसिक। ये जी मान लो पी लगा के फास्फोरस ऐड किया वो की बन जाएगा एक्सट्रेंसिक। किहड़ा मटीरियल बनेगा, एन टाइप। जे बोरॉन की इस हिसाब नाल बनाईए तो जे प्योर सिलिकॉन च बोरॉन नहीं ऐड करते तो एक्सट्रेंसिक सी, जे बोरॉन ऐड करता तो यह की बन गया पी टाइप मटीरियल। इन्हां दी डायग्राम भी तुसीं याद करनी, ठीक है। ओके बेटा, थैंक यू।